अस्सलाम वालेकुम नाज़रीन, आप देख रहे हैं सब तक न्यूज़ और मैं हूं आपका मेज़बान मोहम्मद नदीम चौधरी। आज हम इस वक्त मौजूद हैं गुलपर रावलपिंडी कोटली रोड के ऊपर। यहाँ से जो लोग मेन रोड पर सफ़र करते हैं उन्होंने देखा होगा कि यहाँ पर एक ज़ियारत है। तो आज इस ज़ियारत के ऊपर माई साहिबा का उर्स मुबारक है। तो इस हवाले से शेख जंगीर साहब हमारे साथ मौजूद हैं, उनसे जानेंगे इस ज़ियारत के हवाले से। आज जो माई साहिबा का उर्स है उनकी तफसीलात से हमें शेख जंगीर साहब बताएँगे। अस्सलाम वालेकुम जी। वालेकुम सलाम। क्या हाल है जी, ठीक हो? अल्लाह ने शुक्र। ਇਹ ਗੱਲ ਬਹੁਤ ਕਿ ਜਿਹੜਾ ਅੱਜ ਉਰਸ ਮੁਬਾਰਕ ਆ, ਇਸ ਹਵਾਲੇ ਨਾਲ ਜਿਹੜੇ ਸਾਡੇ ਤੱਕਣੇ ਵਾਲੇ ਨਾਜ਼ਰੀਨ ਨੇ, ਜਿਹੜੇ ਇੱਥੇ ਰਹਿਣ ਵਾਲੇ ਬਹੁਤ ਸਾਰੇ ਸੰਗੀਆਂ ਦੋਸਤਾਂ ਕਿ ਇਹਨਾਂ ਮਾਈ ਸਾਹਿਬ ਨੇ ਹਵਾਲੇ ਨਾਲ ਪਤਾ ਨਹੀਂ ਹੋਣਾ, ਅਸਾਂ ਕੀ ਵੀ ਸ਼ਾਇਦ ਨਹੀਂ ਪਤਾ। ਤੇ ਜਿਹੜੀ ਇਹਨਾਂ ਨੇ ਹਵਾਲੇ ਨਾਲ ਅਸਾਂ ਕੀ ਬਹੁਤ ਇਹਨਾਂ ਨੇ ਜਿਹੜਾ ਨਾ ਜਿਹੜੇ ਬਜ਼ੁਰਗ ਇਹ ਜਿਹੜੇ ਮਾਈ ਸਾਹਿਬਾਨਾ ਇਹ ਇੰਡੀਆ ਤੋਂ ਹਿਜਰਤ ਕਰੀ ਤੇ ਪਾਕਿਸਤਾਨ ਵਿੱਚ ਆਏ ਸਨ 1965 ਦੀ ਜੰਗ ਵਿੱਚ। ਤੇ ਇਹਨਾਂ ਨੇ ਜਿਹੜੇ ਵਾਲਿਦ ਸਾਹਿਬ ਨੇ ਬਹੁਤ ਬੜੀ ਗੱਦੀ ਹੈ ਇੰਡੀਆ ਵਿੱਚ, ਇਹ ਉਹਨਾਂ ਦੀ ਬੇਟੀ ਹਨ। ਉਹਨਾਂ ਦਾ ਕਿਆ ਨਾਂ ਹੈ ਜਿਨ੍ਹਾਂ ਨੇ ਵਾਲਿਦ ਸੈਯਦ ਸਾਹਿਬ? ਮੁਹੰਮਦ ਸ਼ਾਹ। ਸੈਯਦ ਮੁਹੰਮਦ ਸ਼ਾਹ ਸਾਹਿਬ। ਇੰਡੀਆ 'ਚ ਕਿਹੜੀ ਜਗ੍ਹਾ ਉਹਨਾਂ ਨੇ? ਇੰਡੀਆ ਵਿੱਚ ਗੋਲਦ ਜਗ੍ਹਾ ਦਾ ਨਾਂ ਆ, ਲੇਕਿਨ ਇਹਨਾਂ ਨੇ ਜਿਹੜੀ ਅਸਲ ਜਗ੍ਹਾ ਦਾ ਮਕਾਮ ਜਿਹੜਾ ਆ ਨਾ ਉਹ ਮਕਾਲਾ ਸ਼ਰੀਫ ਹੈ। ਉਸकी ਆਨੇ ਮਕਾਲਾ ਸ਼ਰੀਫ ਉਹਨਾਂ ਦੀ ਖਨਗਾਹ ਹੈ, ਬਹੁਤ ਬੜੀ ਦਰਬਾਰ ਹੈ ਉਹਨਾਂ ਦੀ। ਇਹ ਉਹਨਾਂ ਦੀ ਬੇਟੀ ਹਨ ਤੇ ਇੱਥੇ ਵਕਤ ਇਹ ਇਧਰ ਆਏ ਤੇ ਇਹਨਾਂ ਸ਼ਾਦੀ ਸ਼ੁਦੀ ਕੋਈ ਨਹੀਂ ਕੀਤੀ। ਇਹਨਾਂ ਬਗੈਰ ਸ਼ਾਦੀ ਸ਼ੁਦੀ ਦੇ ਰਹੇ ਤੇ ਇਹ ਇਸ ਤੋਂ ਬਾਅਦ ਜਨਾਬ ਜੇ ਮੈਂ ਆਇਆ ਸਨ 1999 ਵਿੱਚ ਪਾਕਿਸਤਾਨ ਵਿੱਚ। ਲੇਕਿਨ ਇਹ ਮੇਰੇ ਪਿੱਛੇ ਜਿਹੜੇ ਪੜੋਸ ਵਿੱਚ ਰਹਿੰਦੇ ਸਨ, ਇਹ ਉੱਥੇ ਮੈਂ ਜਾਣਨਾ ਸੀ ਇਹਨਾਂ ਨੇ ਵਾਲਿਦ ਸਾਹਿਬ ਨਹੀਂ ਜਿਹੜੀ ਗੱਦੀ ਨਸ਼ੀਨ ਸਨ ਉਹਨਾਂ ਦੀ ਮੈਂ ਜਾਣਨਾ ਸੀ। ਜਿਲਾ ਮੈਂ ਇਹਨਾਂ ਦੀ ਬੇਟੀ ਦੇਖਣ ਕਿ ਉਹਨਾਂ ਦੀ ਬੇਟੀ ਨੇ, ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੇ ਕਰੀਬ ਹੋਇਆ ਉਸ ਵਕਤ ਹੋਇਆ ਜਿਸ ਵਕਤ ਇਹਨਾਂ ਕੋਲ ਕੋਈ ਚੀਜ਼ ਆਪਣੀ ਨਹੀਂ ਜ਼ਾਤੀ ਰਹੀ। ਜ਼ਮੀਨ ਸੀ ਉਹ ਵੀ ਦੇਈ ਛੋੜੀ, ਨਾ ਆਪਣਾ ਮਕਾਨ ਵੇਚੀ ਛੋੜਿਆ। ਉਸ ਤੋਂ ਬਾਅਦ ਮੈਂ ਇਹਨਾਂ ਦੀ ਖਿਦਮਤ ਹਾਸਲ ਕੀਤੀ। ਖਿਦਮਤ ਹਾਸਲ ਕਰਨੇ ਤੋਂ ਬਾਅਦ ਮੈਂ ਇਹ ਫਾਇਦਾ ਹੋਇਆ ਕਿ ਜਿਹੜਾ ਇਹਨਾਂ ਨੇ ਮੈਂ ਖਿਦਮਤ ਕੀਤੀ ਤਾਂ ਮੈਂ ਮਾੜੇ ਪਰ ਵੀ ਅੱਲਾ ਨੇ ਜ਼ਾਤ ਕਰਮ ਕੀਤਾ ਕਿ ਇਹ ਵਲੀ ਅੱਲਾ ਨੇ ਬੇਟੀ ਸਨ ਤੇ ਇਹ ਵੀ ਘੱਟ ਕੋਈ ਨਹੀਂ ਸਨ, ਇਹ ਵੀ ਬਹੁਤ ਬੜੇ ਵਲੀ ਅੱਲਾ ਸਨ। ਤੇ ਇਹਨਾਂ ਦੀ ਖਿਦਮਤ ਜਿਹੜੀ ਕੀਤੀ ਹੈ ਮੈਂ ਉਹ ਇਨਸ਼ਾਅੱਲਾ ਉਹ ਅੱਲਾ ਦੇਖਣਾ ਆ ਮੈਂ ਅੱਛੇ ਤਰੀਕੇ ਨਾਲ ਕੀਤੀ ਔਰ ਮੇਰੀ ਫਾਇਦਾ ਵੀ ਬਹੁਤ ਹੋਇਆ। ਔਰ ਜਿਹੜਾ ਵੀ ਬੰਦਾ ਇੱਥੋਂ ਗੁਜ਼ਰ ਸੀ ਜਾਂ ਕੋਈ ਮਾਮਲਾਤ ਸੀ, ਮੈਂ ਕੋਈ ਬਹੁਤ ਸਾਰੀਆਂ ਇਹਨਾਂ ਦੀਆਂ ਕਰਾਮਤਾਂ ਜਿਹੜੀਆਂ ਕਿ ਬਈ ਮੈਂ ਆਪਣੀਆਂ ਅੱਖਾਂ ਦੇਖੀਆਂ ਕਿ ਇੱਕ ਔਰਤ ਸੀ ਜਿਹੜੀ ਉਸਦੀ ਉਮਰ 55 ਸਾਲ ਸੀ, ਉਸਨੇ ਘਰ ਬੱਚਾ ਨਹੀਂ ਸੀ ਹੋਣਾ ਪਿਆ। ਜਿਸ ਵਕਤ ਇਹਨਾਂ ਕੋਲ ਆਈ ਤਾਂ ਉਹ ਰੋਣ ਧੋਣ ਲੱਗੀ ਤਾਂ ਬਲਕਿ ਉਹਨੇ ਗੁੱਸੇ ਨਾਲ ਉਹਨਾਂ ਦੀ ਇਹ ਗੱਲ ਆਖੀ ਉਸ ਬੇਟੀ ਕੀ ਕਿ ਭਾਈ ਜਾ ਤੁਹਾਡੇ ਘਰ ਬੱਚੇ ਹੋ ਸਨ। ਉਹ 5 ਕੇ 6 ਬੱਚੇ ਉਸਨੇ ਘਰ ਹੋਈ ਹੈ। ਤਾਂ ਉਹ ਇੱਕ ਪਹਿਲੇ ਬੱਚੇ ਫਿਰ ਤਾਂ ਉਸ ਬੱਕਰਾ ਚਾੜਿਆ ਇੱਥੇ ਨਹੀਂ ਤਾਂ 11ਵੀਂ ਪਰ ਜਿਸ ਵਕਤ ਇਹਨਾਂ ਨੂੰ ਉਰਸ ਮੁਬਾਰਕ ਹੋਇਆ ਤਾਂ ਉਸ ਤੋਂ ਬਾਅਦ ਉਸ ਵੀ ਆਖਿਆ ਕਿ ਹੁਣ ਨਾ ਚਾੜੋ ਹੋਣਾ ਵਾ ਬੱਚੇ ਜਿਆਦਾ ਹੋਣੇ ਹੀ ਫਿਰ। ਉਸ ਤੋਂ ਬਾਅਦ ਉਸ ਵੀ ਬੱਚੇ ਜੇ ਕੋਈ ਨਹੀਂ ਚਾੜੇ ਤਾਂ ਬੱਕਰੇ ਸ਼ਕਰੇ ਕੋਈ ਨਹੀਂ ਦਿੱਤੇ ਨਹੀਂ ਤਾਂ ਬਾਕੀ ਇਹ ਹੈ ਕਿ ਮਾਈ ਸਾਹਿਬਾ ਵੀ ਬੜੇ ਅੱਲਾ ਲੋਕ ਹਨ ਤੇ ਅਜਿਹੇ ਲੋਕਾਂ ਦੀ ਜਿਹੜੀ ਖਿਦਮਤ ਕਰਨੇ ਵਾਲੇ ਲੋਕ ਉਹਨਾਂ ਨੂੰ ਵੀ ਬਹੁਤ ਬੜਾ ਫਾਇਦਾ ਆ। तो ਜਿਹੜੇ 11ਵੀਂ ਸ਼ਰੀਫ ਦੇਣੇ ਨੇ ਉਹਨਾਂ ਪਹਿਲੇ ਕੋਲ ਵੀ ਦੱਸਿਆ ਸੀ ਕਿ ਜਿਹੜਾ ਕੋਈ ਮੇਰੇ ਵਿੱਚ ਜਿਹੜਾ ਕੋਈ ਹਿੱਸਾ ਪਾ ਸੀ ਉਹ 11ਵੀਂ ਦਾ ਨਾ ਪਾ ਸੀ, ਹੋਰ ਕੋਈ ਕਿਸੇ ਕਿਸਮ ਦਾ ਪੈਸਾ ਨਹੀਂ ਹੋਣਾ ਚਾਹੀਦਾ ਇਸ ਮਾਮਲੇ 'ਚ। तो ਇਹ ਕੋਈ ਚੀਜ਼ਾਂ ਨੇ ਹੋਰ ਕੋਈ ਬੜੀਆਂ ਲੰਮੀਆਂ ਕਹਾਵਤਾਂ ਨਹੀਂ ਦਣੀਆਂ ਜੇ ਕਦੇ ਮੁੰਡ ਲੋੜੋ ਨਾ ਇਹਨਾਂ ਦੀ ਤਾਂ ਬੜਾ ਲੰਮੀ ਦਾਸਤਾਨ ਹੈ ਉਹ ਮੈਂ ਕੋਈ 2-4 ਘੰਟੇ ਲਾਂ ਤਾਂ ਨਾ ਮੈਂ ਪੂਰੀ ਕਰੀ ਸਕਣਾ। ਤੇ ਲਿਹਾਜ਼ਾ ਹੈ ਕਿ ਵਲੀ ਅੱਲਾ ਤੇ ਸੈਯਦ ਆਲੇ ਰਸੂਲ ਅਸਾਂ ਉਮਤੀ ਹਾਂ। ਅਸਾਂ ਤੇ ਇਹਨਾਂ ਨੇ ਜਨਾਬ ਅਲੀ ਹਰ ਦੋ ਸੂਰਤ ਵਿੱਚ ਇਹਨਾਂ ਨੇ ਪੈਰਾਂ ਦੀ ਖਾਕ ਵੀ ਨਾ ਤੇ ਜਿਹੜੀ ਕਿ ਸਾਡੇ ਕੋਲ ਹੋਈ ਸਕਣੀ ਅਸਾਂ ਕਰਨੇ ਆ ਆਪਣੀ ਉਹ ਤੌਰ ਤਰੀਕਾ ਜਿਹੜਾ ਇਹਨਾਂ ਨਾਲ 13ਵੀਂ ਸਾਲਾਨਾ ਉਰਸਾ ਇਹ ਮੈਂ ਅਦਾ ਕੀਤਾ ਤੇ ਅੱਲਾ ਕਬੂਲ ਕਰਿਆ। ਤੇ ਬਾਕੀ ਹੈ ਕਿ ਹਮਾਰੇ पर भी अल्लाह करम कराए इन वलियों ने सिरा पर। तो जिस भी इतना आया उसकी नुकसान नहीं होने का फ़ायदा ही उसी है। ये गल दसो कि इतना बाकी काफ़ी सारिया इतना कबरां ज़ियारतां उत्थे उन्होंने हवाले नाल बने कि वो भी जरा ना वली अल्लाह है उन्होंने ना शामी अग दसी छोड़ो सारी जी। गल ये है कि जेडे इतने अगले वली है ना वो 10 तो 11 वली अगे लेटे हुए थे इसे जगह तो वो जेडे अगले इन्होंने भी फरमान ये सा कि अगर कदे मेरी मौत हो जाए तो मेरा जनाजा किसी और जगह दफनाना नहीं है क्योंकि इतने दफनाना क्योंकि मेरे सारे अपने नहीं थे। ये उन्होंने नसीहत की अगर कदे मिगी इतने जगह नहीं मिलनी तो मेरी जी कब मेरा जो बाडी है ना ये कफन पा के तो मैं दरिया ही सट देना और मेरे अपने आप चाई ले जा सन। ये इन्होंने इस तरह भी साढ़े वसीयत अल्लाह ना लख शुक्र है जगह भी लभी तो इन्होंने इतने कब्र भी बनी फ्रंट पर
ਹਾਂ ਇਹ ਚੀਜ਼ ਉਹਨਾਂ ਦਾ ਨਾਂ ਕਿਆ ਹੈ ਜਿਹੜੇ ਬਾਕੀ ਨੇ ਸੈਯਦ ਅਗਰ ਸਲਾਮ ਹੁਸੈਨ ਸ਼ਾਹ ਨਾਂ ਜਿਹੜਾ ਉਹਨਾਂ ਨੇ ਇੱਕ ਦੱਸਿਆ, ਉਹ ਵੀ ਕੋਈ ਬਜ਼ੁਰਗਾਂ ਦੱਸਿਆ, ਲੇਕਿਨ ਸਾਰੇ ਉਹ ਪੋਜ ਤੋਂ ਪਹਿਲੇ ਨੇ ਉਹ ਵੀ ਲੇਕਿਨ ਕਿਸੇ ਬੰਦੇ ਦੱਸਿਆ ਕਿ ਇੱਕ ਸੈਯਦ ਸਲਾਮ ਹੁਸੈਨ ਸ਼ਾਹ ਲਿਖੋ, ਉਹ ਲੇਕਿਨ ਉਹ ਉਹਨਾਂ ਦੀ ਕਬਰ ਵੀ ਸੈਯਦ ਸਲਾਮ ਹੁਸੈਨ ਸ਼ਾਹ ਇਹਨਾਂ ਨਾਲ ਆਇਆ। ਬਾਕੀ ਨੇ ਜਿਹੜਾ ਉਹਨਾਂ ਦਾ ਮੈਂ ਨਾਂ ਦੱਸ ਸਕਣਾ ਕਿਉਂਕਿ 8 ਹੋਰ ਵੀ ਹਨ। ਅੱਛਾ 8 ਹੋਰ ਵੀ ਹਨ। 8 ਹੋਰ ਜਿਹੜੀਆਂ ਕਬਰਾਂ ਹੀ ਇਹ ਵੀ ਇਹ ਜਿਹੜਾ ਵੀ ਵਲੀਆਂ ਨਹੀਂ ਹਨ, ਇਹ ਵੀ ਵਲੀਆਂ ਨਹੀਂ ਹਨ। ਸੈਯਦ ਆਲੇ ਰਸੂਲ ਹਨ ਸਾਰੇ ਇੱਥੇ। तो ये है कि ये तकरीबन 10 वली हैं जड़े कि इस जगह पर इस मकाम पर हैं। तो इस मकाम ने भी बड़ी एक पहुँच वाली ये हस्ती है। इतों जिस भी कुछ लंघने भी कोई चीज़ कोई फैज़ मंगया तो उसकी मिलिया। हाँ ये गल है। नाज़रीन इन्हां दी गल्लां सुनिया कि इन्हां दी ज़बानी के माई साहब ने हवाले नाल इन्हां बाई कि इन्हां ने जड़े बजुर्ग है उन्हां ने जड़ी ज़ियारत ही दरबार ही वो इंडिया विच ही उसने इन्हां नां दस्सिया कि उत्थे इन्हां दी दरबार ही तो उसने हवाले नाल ये काफ़ी करामात वो दसने कि जड़ियां उस दरबार ने हवाले नाल कि तफसील च अगर जां तो बहुत सारा उसकी टाइम लगना। तो इंडिया विच जड़ी जगह इन्हां दस्सिया उत्थे उन्हां दी दरबार ही ये माई साहिबा ने इत्थे ज़ियारत ही इन्हां रशीदा बीबी नां सी रशीदा बीबी इन्हां लिखिया सी दुख्तर सैयद मोहम्मद शाह ये जड़ा ना साबका सकूनत गोलद मेंढर आल गुलपुर इत्थे रहने से ये इन्होंने इत्थे ना पता है तो उत्थे ना जड़ा जिथे इन्होंने दरबार ही उस वाले दसने। तो अज माई साहिबाना उर्स आ ते पनाग शरीफ ने पीर सैयद आरिफ शाह साहब वो भी इत्थे इस उर्स मुबारक ने तकरीब शिरकत करसन। तो अज्जा ने उर्स ने जड़ी दुआई है वो भी वो करसन। ते तुसां की सारे मनाजर वो दसने कि जड़ी ये मेन रोड कोटली पिंडी ने उपर ज़ियारत ही इसने च दसने कि माई साहिबा थे अलावा दीगर जड़ान 8 तो 10 वली अल्लाह है उन्होंने इत्थे ज़ियारतां मौजूद हियां। तो हुण तुसां की उर्स मुबारक ने जी दीगर तकरीबात हियां उसने तुसां की दसना व्यू जी क्या पेश करूं, इसकी जिंदगी का हर अंदाज ही निराला और प्यार से कहें सुभान। माई साहिबा ने फैसला कर लिया। आपने फरमाया मैं मोहम्मद से शादी करना चाहती हूँ। बड़ी अमीर की तरफ उन्होंने भी डायरेक्ट फैसला नहीं किया। उन्होंने कहा मैं अपने बेटे मोहम्मद सल्लल्लाहु अलैहि वसल्लम से पूछूंगा, अगर वो रजामंद हुए तो मैं तैयार हूँ। हजूर को बुलाया, सरकार ने फरमाया चचा जान जिस तरह आपकी मर्जी। उन्होंने कहा बड़ी अजीम औरत है, बड़ी मालदार हैं, दयानतदार हैं, शर्म और या की पैकर वाली हैं, मेरा दिल राज़ी है, आप राज़ी हैं। हजूर ने फरमाया चाचा अगर आप राज़ी हैं तो मैं भी राज़ी हूँ। दोस्तों निकाह हो जाता है। ये जुमला मैं माई साहिबा के उर्स पर माई साहिबा की नज़र करता हूँ। माशाअल्लाह। मेरे आका ने फरमाया मेरा सफ़र बड़ा कठिन है निकाह से कबल। हजूर ने फरमाया मेरा सफ़र बड़ा कठिन है, उसमें बड़ी मुश्किलें हैं। आप बड़ी अमीर तरीन हैं, बड़ी नाजुक मजाज वाली हैं, बड़ी मालदार हैं, कहीं ऐसा ना हो कि आपकी ज़िंदगी भी मेरे साथ मुश्किलात का शिकार हो जाए। आप माल व मता वाली हैं, आपकी ज़िंदगी बड़ी आसानी से गुजरती है, बड़ा माल है आपके पास, दौलत है। माई साहिबा ने कहा मोहम्मद सल्लल्लाहु अलैहि वसल्लम मैंने तुझे पसंद कर लिया, अपनी सारी दौलत में तेरे मिशन के लिए कुर्बान कर दी। और प्यार से कहें सुभान। इस्लाम पर जो पहला खर्चा हुआ ना वो सैयदा खतीजातुल कुबरा का। ये कौन माई साहिबा हैं? जो हज़रत सैयदा फातिमा तो ज़हरा की अम्मी जान है और हज़रत इमाम हसन और हज़रत इमाम हुसैन की नानी जान है और मेरे आका की ज़ौजा मोहतरमा हैं। और हजूर को इस कदर प्यारी थी कि जब तक आप जिंदा रही मेरे आका ने दूसरी शादी नहीं की। आपके वसाल के बाद एक दिन हजूर घर में बैठे उनकी तारीफ़ करते हैं तो सैयदा कायनात सैयदा आयशा सदीक़ा रज़ी अल्लाह ताला अन्हा आपने अर्ज़ किया हजूर आप खतीजातुल कुबरा की बड़ी तारीफ़ करती हैं, मैं नहीं आपको पसंद। मेरे आका ने फरमाया आयशा तू पसंद है, लेकिन जितनी वो पसंद थी इतनी कायनात में मुझे कोई भी पसंद नहीं। उन्होंने कहा हजूर इसकी हिकमत। फरमाया उसने मुझे उस वक्त माना जब कोई मानने के लिए तैयार नहीं था, मेरा कलमा उस वक्त पढ़ा जब कोई कलमा पढ़ने के लिए तैयार नहीं था, इस्लाम पर अपना माल उस वक्त खर्च किया
جب میرے پاس کچھ بھی نہیں تھا اللہ نے مجھے اس سے اولاد بھی دی، اللہ نے اسے اسلام کی خدمت کا موقع بھی دیا۔ آج بھی عائشہ میرے دل میں ختیجۃ الکبریٰ ہے۔ تو میں عرض یہ کر رہا تھا کہ جس طرح مرد حضرات نے بڑے عظیم کارنامے سر انجام دیے، اسی طرح مذہب حق اسلام میں خواتین کے بھی بڑے بڑے عظیم کارنامے ہیں، اور ان میں سے ایک یہ مائی صاحبہ ہیں جو اللہ کی محبوب بندی ہیں، آج ان کی دعا میں حاضر ہیں۔ میں دعا گو ہوں کہ اللہ تعالیٰ اپنے برگزیدہ بندوں کے وسیلہ سے عالم اسلام کی خیر فرمائے۔ اور یہ عشق جو ہے نا، اس نے کبھی ایٹم کو نہیں دیکھا، نیزے کی نوک کو بھی نہیں دیکھا۔ عشق نے کہا حسین پیچھے ہٹ جا، آگے نیزے کی نوک ہے۔ حسین نے کہا میں جان دے سکتا ہوں، نیزے کی نوک پر چڑھ جاؤں گا، یار کو راضی کر دوں گا۔ تو یہ مقام ہے ان لوگوں کا۔ دعا ہے کہ اللہ ان کے وسیلہ سے سب حاضرین پہ کرم فرمائے، اس علاقے پہ اللہ کرم فرمائے، اور اللہ مسلمانوں کو فتح عطا فرمائے۔ وعلی آل سیدنا و مولانا محمد بارک وسلم صلاۃ و سلام علیک یا رسول اللہ وعلی آلک و صحابک یا سیدی یا حبیب اللہ۔ یا اللہ جس قدر تلاوت کلام پاک، ختم شریف، کلمات طیبات، حاضرین نے جو ذکر و اذکار کیا، جو کلام پاک میری ملک کیا، اور جو کلام پاک تلاوت کر کے میری ملک کیا گیا، یا اللہ یہ جملہ کلام پاک ہدیۃً تحفۃً حضور نبی پاک صلی اللہ علیہ وسلم کی بارگاہ عالیہ میں پیش کرتے ہیں، قبول فرما۔ یا اللہ آپ کے وسیلہ سے جملہ انبیاء، صحابہ، تبع تابعین، شہداء، صالحین، اولیاء کاملین، بالخصوص جناب غوث پاک کی بارگاہ عالیہ میں پیش کرتے ہیں، قبول فرما۔ یا اللہ آپ کے وسیلہ سے جمیع اولیاء کرام کی بارگاہ میں پیش کرتے ہیں، قبول فرما۔ بالخصوص قبلہ مائی صاحبہ رحمۃ اللہ علیہ آپ کی بارگاہ عالیہ میں ہدیۃً تحفۃً پیش کرتے ہیں، قبول فرما۔ اور آپ کے وسیلہ سے یا اللہ اس کا ثواب پوری امت مسلمہ کو عطا فرما۔ بالخصوص اس علاقے سے جتنے لوگ بزرگ، مرد، عورتیں، بچے میرے آقا کی غلامی میں اس دنیا سے رحلت فرما چکے ہیں، یا اللہ سب کو ثواب عطا فرما۔ یا اللہ جو بیمار ہیں انہیں شفا عطا فرما۔ یا اللہ جو بے اولاد ہیں انہیں نیک اولاد عطا فرما۔ یا اللہ جو مقروض ہیں انہیں قرضے سے رہائی عطا فرما۔ یا اللہ جو تنگ دست ہیں ان کی تنگ دستیاں دور فرما۔ مولا تیری شان واللہ خیر الرازقین ہے۔ یا اللہ سب سنگیوں کے رزق میں، جان، مال، عزت، آبرو میں، کاروبار، روزگار میں برکتیں عطا فرما۔ یا اللہ رزق حلال عطا فرما اور بے حساب عطا فرما۔ یا اللہ ہر قسم کی بیماریوں سے، پریشانیوں سے، مشکلات سے، حادثات سے، نظر بد سے محفوظ فرما۔ یا اللہ بالخصوص حالیہ وبا کرونا سے اپنی ساری مخلوق کو محفوظ فرما، بالخصوص امت مسلمہ کو محفوظ فرما، نگاہ کرم فرما۔ یا اللہ ہمارے جتنے عزیز بیرون ملک ہیں ان کی خیر فرما، جو نوجوان جانا چاہتے ہیں انہیں کامیابیاں عطا فرما۔ اور کچھ ہمارے نوجوان یورپ کی طرف نکلے ہیں اور بڑا کٹھن سفر ہے، مختلف ممالک سے ہو کر جانا پڑتا ہے، سمندر کراس کرنے پڑتے ہیں، پیادل سفر ہے۔ یا اللہ جتنے نوجوان اس مشن کے لیے نکلے ہیں رزق حلال کی تلاش کے لیے، یا اللہ انہیں باخیر و عافیت منزل مقصود تک نگاہ کرم فرما۔ مولا کریم جن دوستوں نے لالا جہانگیر کے ساتھ اس پروگرام میں حصہ لیا ہے، یا اللہ ان پہ خصوصی کرم فرما، نگاہ رحمت فرما، اور اپنے برگزیدہ بندوں کے وسیلہ سے یا اللہ اس پورے شہر کی خیر فرما، سب سنگیوں کے کاروبار میں برکتیں عطا فرما، نظر کرم فرما۔ مولا کریم عالم اسلام کی خیر فرما، کشمیر اور فلسطین کو آزادی عطا فرما، یا اللہ قبلہ اول کو آزادی عطا فرما، اور وہاں کے نوجوانوں کی، بچوں کی، معصوموں کی شہادتوں کو قبول فرما، سب حاضرین کی دعائیں قبول فرما، سب پہ نظر کرم فرما۔ سنی فورس کے رضاکار آئے ہیں،
یا اللہ ان کی حاضری قبول فرما، سب سنگیوں پہ نگاہ کرم فرما۔ ہمارے نیوز چینل والے ٹوڈے ٹی وی جو ہے وہ تشریف لائے ہیں، ان کی اس سعی جمیلہ کو قبول فرما اور اس پیغام کو دور دور تک پہنچانے کی توفیق عظیم عطا فرما۔ یا اللہ ہمیں اللہ کے حکم کے مطابق اس کے سچے بندوں کا ساتھ اختیار کرنے کی توفیق عطا فرما، شر شیطانی سے محفوظ فرما، راہ حق پہ چلنے کی توفیق عطا فرما۔ یا اللہ ملک پاکستان کی خیر فرما، اس ملک میں نظام مصطفیٰ کا قیام فرما اور اس عظیم مشن کے لیے ہم سب کو جد و جہد کی توفیق عظیم عطا فرما۔ آج ایک ہمارے عزیز سنی فورس کے رضاکار جو سعودی عرب میں تھے، بھائی خلیل کھوکھر صاحب، ان کی نماز جنازہ ہم پڑھ کر آئے ہیں۔ یا اللہ جنت الفردوس میں اعلیٰ مقام عطا فرما، نظر کرم فرما۔ الہی بحق کے بنی فاطمہ کہ برکول ایماں کنی خاتمہ، اگر دعوتم رد کنی ور قبول کہ منو دستو دامانے آل رسول۔ یا اللہ حضور نبی پاک صلی اللہ علیہ وسلم کا صدقہ، آل رسول، پنج تن پاک اور جناب غوث پاک کا صدقہ، بابا جی حیدر شاہ قلندر، سید سرور شاہ گیلانی رحمۃ اللہ علیہ اور جمیع اولیاء اکرام کا صدقہ ان دعاؤں کو قبول فرما۔ اللہم ربنا تقبل منا انکا انت السمیع العلیم، وصلی اللہ تعالی علی خیر خلقہ محمد وآلہ وصحابہ اجمعین برحمتک یا رب۔ ایک بار کہیں سبحان اللہ۔ میں انتظامیہ کے لیے بھی دعا گو ہوں اور آپ سب کے لیے بھی، جس طرح بھائی جہانگیر کو تھوڑی سی اجازت مل گئی، اس طرح پناگ شریف عرس کی بھی اجازت ہے، تو 30 31 مئی اور 1 جون کو انشاءاللہ دعا ہوگی۔